ਜਦੋਂ ਤੁਸੀਂ ਵੇਖੋਗੇ ਉਹਨਾਂ ਦੀ ਲਾਈਟ ਜਗ ਰਹੀ ਹੋਵੇਗੀ, ਉਹਨਾਂ ਦੇ ਮਸਤਕ ਤੇ ਲਾਈਟ ਜਗਦੀ ਹੋਵੇਗੀ। ਇਹ ਵੱਡੀ ਨਿਸ਼ਾਨੀ ਹੈ ਉਹਨਾਂ ਦੀ। ਹੁਣ ਜਿਸ ਵੇਲੇ ਇਹ ਮਿਲਣ ਵਾਲਾ ਆਇਆ ਤੇ ਭੱਜਾ ਭੱਜਾ ਗਿਆ, ਸ਼ਮਸ਼ਾਨਾਂ ਨੂੰ ਲੋਕ ਜਾ ਰਹੇ ਸਨ, ਸਾਰਿਆਂ ਦੀ ਲਾਈਟ ਜਗ ਰਹੀ। ਕੋਈ ਐਸਾ ਨਹੀਂ ਜਿਸ ਦੇ ਲਾਈਟ ਨਾ ਜਗ ਰਹੀ ਹੋਵੇ। ਇਹਦੇ ਹੁਣ ਪਤਾ ਕੀ ਲੱਗੀ, ਇਹਨਾਂ ਦੇ ਵਿੱਚ ਭਗਤ ਕਬੀਰ ਕਿਹੜਾ ਹੈ? ਇਹ ਤੇ ਸਾਰਿਆਂ ਦੀ ਲਾਈਟਾਂ ਜਗ ਰਹੀਆਂ ਨੇ। ਫਿਰ ਕਹਿੰਦੀ ਭੱਜਾ ਭੱਜਾ ਮਾਈ ਲੋਈ ਦੇ ਕੋਲ ਆਇਆ, ਕਹਿੰਦੀ ਮਾਤਾ ਜੀ ਮੈਂ ਕਿਵੇਂ ਪਛਾਣਾ? ਉਹ ਲਾਈਟਾਂ ਤੇ ਸਾਰਿਆਂ ਦੇ ਜਗ ਰਹੀਆਂ ਨੇ, ਲਾਈਟਾਂ ਤੇ ਸਾਰਿਆਂ ਦੇ ਜਗ ਰਹੀਆਂ ਨੇ। ਕਹਿੰਦੀ ਜਦੋਂ ਸੰਸਕਾਰ ਹੋਵੇਗਾ ਨਾ, ਆਉਂਦੇ ਹੋਣਗੇ ਵਾਪਸ, ਉਦੋਂ ਵੇਖੀ, ਸੰਸਕਾਰ ਤੱਕ ਵੇਟ ਕਰ। ਕਹਿੰਦੀ ਫਿਰ ਭੱਜਾ ਗਿਆ ਤੇ ਜਦੋਂ ਸੰਸਕਾਰ ਹੋਇਆ, ਸੰਸਕਾਰ ਤੋਂ ਬਾਅਦ ਲੋਕ ਸਾਰੇ ਜਿਸ ਵੇਲੇ ਵਾਪਸ ਮੁੜੇ, ਸਾਰਿਆਂ ਦੀ ਪਿਆਰੋ ਜਿਹੜੀ ਲਾਈਟ ਜਗਦੀ ਸੀ ਨਾ, ਉਹ ਬੁਝ ਗਈ। ਹੋਏ ਆਮਰੋ ਗ੍ਰਹਿ ਵਿੱਚ ਬੈਠਾ ਕਰਨ ਕਾਰਨ ਬਿਸਰੋਈ। ਉਸੇ ਵੇਲੇ ਸਾਰਿਆਂ ਨੇ ਮੌਤ ਨੂੰ ਭੁਲਾ ਦਿੱਤਾ, ਪਰਮੇਸ਼ਰ ਨੂੰ ਭੁਲਾ ਦਿੱਤਾ। ਸਾਰਿਆਂ ਦੀਆਂ ਲਾਈਟਾਂ ਬੁਝ ਗਈਆਂ। ਸਾਰਿਆਂ ਦੀਆਂ ਲਾਈਟਾਂ ਜਿਸ ਵੇਲੇ ਬੁਝ ਗਈਆਂ ਤੇ ਇੱਕ ਭਗਤ ਕਬੀਰ ਜੀਆਂ ਦੀ ਲਾਈਟ ਜਗ ਰਹੀ ਸੀ। ਭਗਤ ਕਬੀਰ ਜੀਆਂ ਦੀ ਲਾਈਟ ਜਗ ਰਹੀ ਸੀ। ਭਗਤ ਜੀ ਨੂੰ ਮਿਲੇ, ਕਹਿੰਦੇ ਕਿਸੇ ਕੰਮ ਤੇ ਹੋ ਆਏ ਸੀ, ਪਰ ਹੁਣ ਕਹਿੰਦੇ ਸੰਸਾਰ ਇਹ ਬਣ ਗਿਆ। ਭਗਤ ਜੀ ਜਦੋਂ ਮੈਂ ਵੇਖ ਰਿਹਾ, ਮਾਈ ਲੋਈ ਨੇ ਇਹ ਗੱਲ ਆਖੀ ਕਿ ਜਦੋਂ ਭਗਤ ਜੀ ਨੂੰ ਮਿਲੋਗੇ ਉਸਦੀ ਲਾਈਟ ਜਗਦੀ ਹੋਵੇਗੀ। ਜਦੋਂ ਸ਼ਮਸ਼ਾਨਾਂ ਵੱਲ ਲੋਕ ਆ ਰਹੇ ਸਨ, ਸਾਰਿਆਂ ਦੀ ਲਾਈਟਾਂ ਜਗ ਰਹੀਆਂ ਸਨ, ਸਾਰਿਆਂ ਦੀ ਲਾਈਟਾਂ ਜਗ ਰਹੀਆਂ ਸਨ। ਸੰਸਕਾਰ ਹੋਣ ਤੋਂ ਬਾਅਦ ਪਿਆਰੇ ਮਨੁੱਖ ਉਸੇ ਵੇਲੇ ਭੁੱਲ ਜਾਂਦਾ ਹੈ, ਉਸੇ ਵੇਲੇ ਭੁੱਲ ਜਾਂਦਾ ਤੇ ਆਪਣੀ ਗੱਲਾਂ ਦੇ ਵਿੱਚ ਮਸਤ ਹੋ ਗਏ। ਸੰਸਕਾਰ ਤੋਂ ਬਾਅਦ ਇਸੇ ਤਰ੍ਹਾਂ ਹੁੰਦਾ ਨਾ, ਜਦੋਂ ਸੰਸਕਾਰ ਹੋ ਜਾਂਦਾ ਤੇ ਸਾਰੇ ਜਦੋਂ ਆਪੋ ਆਪਣੇ ਘਰਾਂ ਨੂੰ ਜਾਂਦੇ ਨੇ, ਆਪਣੀਆਂ ਆਪਣੀਆਂ ਗੱਲਾਂ ਦੇ ਵਿੱਚ ਮਸਤ ਹੋ ਜਾਂਦੇ ਨੇ। ਤੇ ਜਦੋਂ ਮ੍ਰਿਤਕ ਬੜੇ ਸਰੀਰ ਨੂੰ ਵੇਖਦੇ ਨੇ, ਉਦੋਂ ਸਾਰੇ ਹੀ ਮੌਤ ਨੂੰ ਯਾਦ ਕਰਦੇ ਨੇ, ਉਦੋਂ ਸਾਰੇ ਹੀ ਮੌਤ ਨੂੰ ਯਾਦ ਕਰਦੇ ਨੇ। ਭਗਤ ਜੀ ਕਹਿੰਦੇ ਇਹਨਾਂ ਨੂੰ ਮੌਤ ਉਤਨੀ ਦੇਰ ਤੱਕ ਯਾਦ ਰਹਿੰਦੀ ਹੈ ਜਦੋਂ ਇਹ ਕਿਸੇ ਦੇ ਮਗਰ ਜਾਂਦੇ ਨੇ। ਸਾਰਿਆਂ ਨੂੰ ਕਹਿੰਦੇ ਮੌਤ ਭੁੱਲ ਗਈ ਤੇ ਅਸੀਂ ਕਹਿੰਦੇ ਹਮੇਸ਼ਾ ਹੀ ਮੌਤ ਨੂੰ ਯਾਦ ਰੱਖਦੇ ਹਾਂ। ਜਿਹੜੇ ਮੌਤ ਨੂੰ ਪਿਆਰੋ ਹਮੇਸ਼ਾ ਯਾਦ ਰੱਖਦੇ ਨੇ, ਉਹ ਪਰਮੇਸ਼ਰ ਨੂੰ ਭੁੱਲਦੇ ਕਦੇ ਨਹੀਂ, ਉਹ ਪਰਮੇਸ਼ਰ ਨੂੰ ਯਾਦ ਰੱਖਦੇ ਨੇ। ਅਸਲ ਦੇ ਵਿੱਚ ਜਿਹੜਾ ਮੌਤ ਨੂੰ ਭੁੱਲ ਜਾਂਦਾ, ਜਿਸ ਨੇ ਮਰਨਾ ਵਿਸਾਰ ਦਿੱਤਾ, ਉਸੇ ਨੂੰ ਪਿਆਰਿਓ ਨਾ ਤੇ ਉਹ ਸਿਮਰਨ ਕਰੇਗਾ, ਨਾ ਉਹ ਬੰਦਗੀ ਕਰੇਗਾ। ਕਿਉਂਕਿ ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਉਹਦੇ ਚਿੱਤ ਦੇ ਵਿੱਚ ਮਰਨਾ ਨਹੀਂ ਆਉਂਦਾ। ਜਿਸ ਤਰ੍ਹਾਂ ਸਤਿਗੁਰੂ ਜੀ ਕਹਿ ਰਹੇ ਨੇ, ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਮਨੁੱਖ ਤੇ ਇਵੇਂ ਬੈਠਾ ਹੈ, ਹੋਏ ਆਮਰੂ ਮੈਂ ਕਦੇ ਮਰਨਾ ਨਹੀਂ। ਗ੍ਰਹਿ ਵਿੱਚ ਬੈਠਾ, ਆਪਣੇ ਸਰੀਰ ਘਰ ਦੇ ਵਿੱਚ ਇਵੇਂ ਬੈਠਾ ਹੋਇਆ, ਕਰਨ ਕਾਰਨ ਬਿਸਰੋਹੀ। ਉਸ ਪਰਮੇਸ਼ਰ ਨੂੰ ਕਹਿੰਦੇ ਜਿਹੜਾ ਕਰਨ ਕਾਰਨ ਦੀ ਸਮਰੱਥਾ ਰੱਖਦਾ ਹੈ, ਉਸ ਨੂੰ ਇਸਨੇ ਵਿਸਾਰਿਆ ਹੋਇਆ ਹੈ। ਅਨਕ ਪਾਂਤ ਕਰ ਮਣੀਏ ਸਾਜੇ, ਕਾਚੇ ਧਾਗ ਪਰੋਹੀ। ਕਹਿੰਦੇ ਸਾਡੇ ਸਰੀਰ ਦੇ ਮਣਕੇ, ਕਹਿੰਦੇ ਜਿਵੇਂ ਕੱਚੇ ਧਾਗੇ ਦੇ ਵਿੱਚ ਪਰੋਏ ਹੋਣ ਨਾ ਕੋਈ ਮਣਕੇ, ਇਸੇ ਤਰ੍ਹਾਂ ਕੱਚਾ ਧਾਗਾ ਹੋਵੇ ਤੇ ਉਹਦੇ ਵਿੱਚ ਮਣਕੇ ਪਰੋਏ ਹੋਣ। ਪਿਆਰਿਓ ਸਾਡੇ ਸਰੀਰ ਵੀ ਇਸੇ ਤਰ੍ਹਾਂ ਹੀ ਮਣਕਿਆਂ ਦੀ ਤਰ੍ਹਾਂ ਕੱਚੇ ਧਾਗੇ ਦੇ ਵਿੱਚ ਪਰੋਇਆ ਹੋਇਆ, ਮਣਕਿਆਂ ਦੀ ਤਰ੍ਹਾਂ ਕੱਚੇ ਧਾਗੇ ਵਿੱਚ ਪਰੋਇਆ ਹੋਇਆ। ਤੇ ਜਿਹੜਾ ਕੱਚਾ ਧਾਗਾ ਸਵਾਸਾਂ ਦਾ, ਪਤਾ ਨਹੀਂ ਨੇ ਕਦੋਂ ਟੁੱਟ ਜਾਣਾ। ਸਵਾਸਾਂ ਦੀ ਮਾਲਾ ਇਹ ਪਤਾ ਨਹੀਂ ਕਦੋਂ ਟੁੱਟ ਜਾਣੀ ਹੈ। ਤਾਂ ਹੀ ਕਹਿੰਦੇ ਨੇ ਸਵਾਸਾਂ ਦੀ ਮਾਲਾ ਨਾਲ ਸਿਮਰਾਂ ਮੈਂ ਤੇਰਾ ਨਾਮ। ਵਾਹਿਗੁਰੂ ਜੀ, ਇਹ ਜਿਹੜੀ ਤੂੰ ਸਵਾਸਾਂ ਦੀ ਮੈਨੂੰ ਮਾਲਾ ਦਿੱਤੀ ਆ ਨਾ, ਇਹਦੇ ਨਾਲ ਮੈਂ ਤੇਰਾ ਨਾਮ ਸਿਮਰਦਾ ਰਹਾਂ, ਤੈਨੂੰ ਮੈਂ ਯਾਦ ਕਰਦਾ ਰਹਾਂ। ਕਹਿੰਦੇ ਪਤਾ ਨਹੀਂ ਸਵਾਸਾਂ ਦੀ ਮਾਲਾ ਕਦੋਂ ਟੁੱਟ ਜਾਣੀ ਹੈ, ਇਹ ਕੱਚਾ ਧਾਗਾ ਕਦੋਂ ਟੁੱਟ ਜਾਣਾ। ਅਨਕ ਭਾਂਤ ਘਰ ਮਣੀਏ ਸਾਜੇ, ਕਾਚੇ ਧਾਗ ਪਰੋਹੀ। ਇਹ ਸਰੀਰ ਦੇ ਜਿਤਨੇ ਵੀ ਮਣਕੇ ਨੇ, ਅਸੀਂ ਕਹਿ ਦਿੰਦੇ ਹਾਂ ਕਿ ਰੀੜ੍ਹ ਦੀ ਹੱਡੀ ਦੇ ਸਾਡੇ ਮਣਕੇ, ਇਹ ਸਾਡਾ ਸਰੀਰ ਸਾਰਾ ਇੱਕ ਕੱਚੇ ਧਾਗੇ ਵਿੱਚ ਮਣਕਿਆਂ ਦੇ ਵਾਂਗ ਪਰੋਇਆ ਹੋਇਆ। ਤੇ ਜਿਸ ਦਿਨ ਕੱਚਾ ਧਾਗਾ ਟੁੱਟ ਗਿਆ, ਉਸੇ ਦਿਨ ਇਹ ਮਣਕੇ ਸਾਰੇ ਬਿਖਰ ਜਾਣੇ ਨੇ, ਵੱਖ-ਵੱਖ ਹੋ ਜਾਣੇ ਨੇ। ਟੁੱਟ ਗਏ ਧਾਗਾ ਤੇ ਪਿਆਰਿਓ ਉਸ ਭਸਮ ਦੇ ਵਿੱਚ ਰਲ ਜਾਣਾ। ਟੂਟ ਜਾਏ ਗੋ ਸੂਤ ਬਾਪਰੇ,
ਫਿਰ ਪਾਸ਼ੇ ਪਛਤੋਹੀ। ਅਗਲੀ ਪੰਕਤੀ ਵਿੱਚ ਸਤਿਗੁਰਾਂ ਨੇ ਬਿਲਕੁਲ ਕਲੀਅਰ ਕਰ ਦਿੱਤਾ ਹੈ, ਟੁੱਟ ਜਾਏਗਾ ਸੂਤ ਬਾਪੂ। ਉਹ ਜਿਹੜਾ ਕੱਚਾ ਸੂਤ ਹੈ ਨਾ, ਉਹ ਟੁੱਟ ਜਾਵੇਗਾ। ਕੱਚੇ ਸੂਤ ਦੀ ਬਹੁਤੀ ਮਨਿਆਦ ਨਹੀਂ, ਇੱਕ ਦਿਨ ਉਸਨੇ ਟੁੱਟ ਜਾਣਾ ਹੈ। ਫਿਰ ਪਾਸ਼ੇ ਪਛਤੋਹੀ, ਫਿਰ ਤੂੰ ਕਹਿੰਦੇ ਪਛਤਾਵੇ ਤੋਂ ਬਿਨਾਂ ਤੇਰੇ ਹੱਥ ਕੁਝ ਨਹੀਂ ਆਉਣਾ। ਹੱਥ ਮਰੋੜੈ ਤਨ ਕਪੈ ਸ਼ਾਹੋ ਹੁਆ ਸੀਤ। ਫਿਰ ਤੀ ਹੱਥ ਮਰੋੜਨ ਦਾ ਕੋਈ ਫਾਇਦਾ ਨਹੀਂ। ਪਹਿਲਾਂ ਪਰਮੇਸ਼ਰ ਦਾ ਸਿਮਰਨ ਕੀਤਾ ਕੋਈ ਨਹੀਂ, ਵਾਹਿਗੁਰੂ ਵਾਹਿਗੁਰੂ ਕੀਤਾ ਕੋਈ ਨਹੀਂ, ਉਸ ਦਾ ਚਿੰਤਨ ਕੀਤਾ ਕੋਈ ਨਹੀਂ। ਹੁਣ ਕਹਿੰਦੇ ਪਛਤਾਵਾ ਕਰਦਾ ਹੈ। ਪਛਤਾਵਾ ਕਰਨ ਦਾ ਕੀ ਫਾਇਦਾ ਜਦੋਂ ਸਾਹਮਣੇ ਧਰਮਰਾਜ ਦੇ ਦੂਤ ਦਿਖਾਈ ਦਿੰਦੇ ਨੇ। ਫਿਰ ਹੱਥਾਂ ਨੂੰ ਬੜਾ ਮਲਦਾ, ਫਿਰ ਹੱਥਾਂ ਨੂੰ ਬਹੁਤ ਮਲਦਾ ਹੈ, ਬੜਾ ਪਛਤਾਵਾ ਕਰਦਾ ਹੈ। ਜਿਨ ਤੁਮ ਸਿਰਜੇ ਸਿਰਜ ਸਵਾਰੇ, ਤਿਸ ਧਿਆਵੋ ਦਿਨ ਰਹਿ ਰਹੀ। ਐ ਪਿਆਰਿਆ, ਜਿਨੇ ਤੈਨੂੰ ਪੈਦਾ ਕੀਤਾ ਤੇ ਬੜਾ ਸੁੰਦਰ ਬਣਾਇਆ। ਪਰਮੇਸ਼ਰ ਨੇ ਇਹ ਕਾਇਆ ਦਿੱਤੀ ਹੈ। ਇਹ ਸੁੰਦਰ ਕਾਇਆ ਜਿਹੜੀ ਉਸ ਵਾਹਿਗੁਰੂ ਨੇ ਸਾਨੂੰ ਦਿੱਤੀ ਹੈ। ਪਹਿਲੋਂ ਉਹਨੇ ਸਾਨੂੰ ਪੈਦਾ ਕੀਤਾ, ਫਿਰ ਉਹਨੇ ਸਾਨੂੰ ਸਵਾਰਿਆ। ਇਹ 10ਵੇਂ ਪਾਤਸ਼ਾਹ ਨੇ ਤੇ ਪਿਆਰਿਓ ਬੜੀ ਵੱਡੀ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਆਹ ਜਿਹੜਾ ਸਾਨੂੰ ਮਨੁੱਖਾ ਜਨਮ ਮਿਲਿਆ ਸੀ, ਮਨੁੱਖਾ ਜਨਮ ਨੂੰ ਸੰਵਾਰਨ ਵਾਸਤੇ ਮੇਰੇ ਸਤਿਗੁਰੂ ਨੇ ਕਿੱਡੀ ਵੱਡੀ ਬਖਸ਼ਿਸ਼ ਕੀਤੀ। ਸਾਨੂੰ ਜਿਹੜੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਗੁਰੂ ਵਾਲੇ ਬਣਾ ਦਿੱਤਾ। ਆਪਣੇ ਪੁੱਤਰ ਤੇ ਆਪਣੀ ਪੁੱਤਰੀਆਂ ਬਣਾ ਲਿਆ, ਸਵਾਰ ਦਿੱਤਾ ਸਾਨੂੰ। ਸਾਡੀ ਇਸ ਕਾਇਆ ਨੂੰ ਸਵਾਰ ਦਿੱਤਾ। ਹੁਣ ਇਹ ਤੇ ਸਾਡੇ ਤੇ ਡਿਪੈਂਡ ਹੈ ਕਿ ਗੁਰੂ ਕਲਗੀਧਰ ਮਹਾਰਾਜ ਦੇ ਅਸੀਂ ਪੁੱਤਰ ਬਣਨਾ ਜਾਂ ਨਹੀਂ ਬਣਨਾ। ਪਿਆਰਿਓ, ਜੇ ਕਿਤੇ ਥੋੜਾ ਜਿਹਾ ਸਮਾਂ ਵੀ ਬਚਦਿਆਂ ਅਸੀਂ ਗੁਰੂ ਕਲਗੀਆਂ ਵਾਲਿਆਂ ਦੇ ਪੁੱਤਰ ਬਣ ਜਾਈਏ, ਉਸ ਦੀਆਂ ਧੀਆਂ ਬਣ ਜਾਈਏ, ਉਸ ਮਾਲਕ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਈਏ, ਗੁਰੂ ਵਾਲੇ ਬਣ ਕੇ ਆਪਣਾ ਜੀਵਨ ਬਤੀਤ ਕਰੀਏ, ਤੇ ਸਾਨੂੰ ਉਹ ਸਵਾਰ ਦੇਵੇਗਾ, ਆਪਣੇ ਕੋਲ ਬੁਲਾ ਲਵੇਗਾ, ਆਪਣੇ ਗਲੇ ਦੇ ਨਾਲ ਲਵਾ ਲਵੇਗਾ। ਆਪ ਉਸ ਦੀ ਪੁਰੀ ਦੇ ਅਸੀਂ ਵਾਸੀ ਬਣ ਜਾਵਾਂਗੇ। ਉਸ ਦੀ ਪੁਰੀ ਦੇ ਵਾਸੀ ਪਿਆਰਿਓ ਤਾਂ ਹੀ ਬਣਾਂਗੇ ਜੇ ਅਸੀਂ ਉਹਦੇ ਕਹਿ ਰਹੇ ਚੱਲਾਂਗੇ। ਕਈ ਵਾਰੀ ਅਸੀਂ ਸੋਚ ਲੈਂਦੇ ਹਾਂ ਅਸੀਂ ਕਿਹੜਾ ਕੋਈ ਮਾੜਾ ਕਰਮ ਕਰਦੇ ਹਾਂ, ਅਸੀਂ ਕੋਈ ਮਾੜਾ ਕਰਮ ਥੋੜ੍ਹਾ ਕਰਦੇ ਹਾਂ। ਸਾਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ? ਅੰਮ੍ਰਿਤ ਛਕਣ ਦੀ ਲੋੜ ਤੇ ਕਹਿੰਦੇ ਤਾਂ ਆ ਜੇ ਸਾਡਾ ਮਨ ਨਾ ਚੰਗਾ ਹੋਵੇ। ਪਿਆਰਿਓ, ਮਨ ਨੂੰ ਚੰਗਾ ਕਰਨ ਵਾਸਤੇ ਹੀ ਅੰਮ੍ਰਿਤ ਛਕਣਾ ਹੈ। ਮਨ ਨੂੰ ਚੰਗਾ ਬਣਾਉਣ ਵਾਸਤੇ ਹੀ ਅੰਮ੍ਰਿਤ ਛਕਣਾ ਹੈ ਕਿ ਸਾਡਾ ਮਨ ਹੋਰ ਪਰਿਪੱਕ ਹੋ ਜਾਵੇ। ਜੇ ਸਾਡੇ ਅੰਦਰ ਚੰਗਿਆਈਆਂ ਨੇ, ਚੰਗਿਆਈਆਂ ਪਹਿਲੋਂ ਹੈ ਨੇ, ਤੇ ਫਿਰ ਉਸ ਦੇ ਉੱਤੇ ਪਿਆਰਿਓ ਅੰਮ੍ਰਿਤ ਛਕ ਕਰਕੇ ਗੁਰੂ ਵਾਲੇ ਬਣ ਜਾਈਏ। ਗੁਰੂ ਵਾਲੇ ਬਣ ਜਾਈਏ, ਗੁਰੂ ਸਾਨੂੰ ਆਪਣੀ ਗਲਵਕੜੀ ਦੇ ਵਿੱਚ ਲੈ ਲਵੇਗਾ, ਸਾਨੂੰ ਆਪਣੇ ਪੁੱਤਰ ਬਣਾ ਲੇਗਾ, ਸਾਨੂੰ ਆਪਣੀਆਂ ਪੁੱਤਰੀਆਂ ਬਣਾ ਲਵੇਗਾ, ਤੇ ਪਿਆਰਿਓ ਵਿਪਤਾ ਦੇ ਸਮੇਂ ਦੇ ਵਿੱਚ ਸਾਨੂੰ ਉਹ ਕੱਢ ਲਵੇਗਾ। ਜੇ ਕਿਧਰੇ ਅਸੀਂ ਵਿਪਤਾ ਦੇ ਵਿੱਚ ਫਸੇ ਵੀ ਹੋਵਾਂਗੇ, ਸਾਡੇ ਕਰਮ ਕੋਈ ਮਾੜੇ ਹੋਏ ਤੇ ਅਸੀਂ ਫਸੇ ਵੀ ਹੋਏ, ਤੇ ਸਾਨੂੰ ਉਹ ਆਪ ਬਾਂਹ ਫੜ ਕੇ ਕੱਢ ਲਵੇਗਾ ਜੇ ਇਸ ਦੇ ਪੁੱਤਰ ਪੁੱਤਰੀਆਂ ਬਣੇ ਹੋਣਗੇ। ਜਿਨ ਤੁਮ ਸਿਰਜੇ, ਜਿਨੇ ਤੁਹਾਨੂੰ ਪੈਦਾ ਕੀਤਾ, ਜਿਨੇ ਤੁਹਾਨੂੰ ਸਵਾਰਿਆ, ਤਿਸ ਧਿਆਵੋ ਦਿਨ ਰਹਿ ਨਹੀਂ। ਇਹ ਸਾਨੂੰ ਚਾਹੀਦਾ ਇਹ ਪਿਆਰਿਓ, ਸੰਸਾਰ ਤੇ ਜੇ ਅਸੀਂ ਆਏ ਤੇ ਵਾਹਿਗੁਰੂ ਦਾ ਸਾਡੇ ਤੇ ਬੜੀ ਇਹ ਕਿਰਪਾ ਕੀਤੀ, ਜਿਹੜੀ ਮਨੁੱਖਾ ਜਨਮ ਸਾਨੂੰ ਬਖਸ਼ਿਸ਼ ਕੀਤਾ। ਤੇ ਮੇਰੇ ਮਾਲਿਕ ਨੇ ਜਿਹੜੀ ਬਖਸ਼ਿਸ਼ ਕੀਤੀ, ਇਹ ਰਹਿਮਤ ਕੀਤੀ, ਜਗਤ ਜਲੰਦੇ ਨੂੰ ਤਾਰਨ ਵਾਸਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਖੰਡੇ ਬਾਟੇ ਦੇ ਅੰਮ੍ਰਿਤ ਦੀ ਧਾਰਨੀ ਹੋਈ, ਗੁਰੂ ਵਾਲੇ ਬਣ ਕੇ ਬਾਣੀ ਤੇ ਚੱਲ ਕੇ ਆਪਣੇ ਜੀਵਨ ਨੂੰ ਬਤੀਤ ਕਰੀਏ। ਜਦੋਂ ਅਸੀਂ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਬਤੀਤ ਕਰਾਂਗੇ ਤੇ ਪਿਆਰਿਓ ਸਾਡਾ ਜੀਵਨ ਫਿਰ ਸਫਲ ਹੋ ਜਾਵੇਗਾ। ਜਿਨ ਤੁਮ ਸਿਰਜੇ ਸਿਰਜ ਸਵਾਰੇ, ਤਿਸ ਧਿਆਵੋ ਦਿਨ ਰਾਤ ਨੇਹੀ। ਉਹਨੂੰ ਕਹਿੰਦੇ ਦਿਨ ਰਾਤ ਯਾਦ ਕਰੋ, ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਕਹਿੰਦੇ ਢਿੱਲ ਨਹੀਂ ਕਰਨੀ ਚਾਹੀਦੀ ਕਦੇ। ਜਨ ਨਾਨਕ ਪ੍ਰਭ ਕਿਰਪਾ ਤਾਰੀ, ਮੈਂ ਸਤਿਗੁਰ ਓਟ ਗਹੇਹੀ। ਜਿਨ੍ਹਾਂ ਦੀ ਵਾਹਿਗੁਰੂ ਕਿਰਪਾ ਕਰ ਦਿੰਦਾ ਪਿਆਰਿਆ, ਉਹ ਸਤਿਗੁਰ ਦਾ ਓਟ ਆਸਰਾ ਤੱਕ ਲੈਂਦੇ ਨੇ, ਉਹ ਵਾਹਿਗੁਰੂ ਦੇ ਬਣ ਜਾਂਦੇ ਨੇ। ਕਹਿੰਦੇ ਸਤਿਗੁਰੂ ਜੇ ਮੇਰੇ ਤੇ ਵੀ ਕਿਰਪਾ ਕਰ ਦੇਵੇ ਤੇ ਮੈਂ ਵੀ ਸਦਾ ਹੀ ਸਤਿਗੁਰ ਦੀ ਓਟ ਦੇ ਵਿੱਚ ਰਹਾਂ, ਸਤਿਗੁਰੂ ਦਾ ਓਟ ਆਸਰਾ ਤੱਕਦਾ ਹੀ ਰਹਾਂ। ਜੇ ਅਸੀਂ ਵਾਹਿਗੁਰੂ ਦੇ ਨਾਲ ਪਿਆਰਿਓ ਜੁੜੇ ਰਵਾਂਗੇ ਤੇ ਸਾਡਾ ਬੇੜਾ ਪਾਰ ਹੋ ਜਾਵੇਗਾ। ਤੇ ਜੇ ਵਾਹਿਗੁਰੂ ਦੇ ਨਾਲ ਟੁੱਟ ਕੇ ਰਵਾਂਗੇ,
ਵਾਹਿਗੁਰੂ ਦੇ ਨਾਲ ਉੱਠ ਕੇ ਤੇ ਫਿਰ ਇਹੀਓ ਗੱਲ ਹੈ ਨਾ, ਬੇਮੁਖ ਹੋਏ ਰਾਮ ਤੇ ਲਗਣ ਜਨਮ ਗਦੋ, ਕਿਨ ਮੈਂ ਕੋੜੇ ਹੋਏ ਗਏ, ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ, ਕਿਸ ਤੇ ਰੋਵੇ ਰੋਦ, ਵਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੇ ਸਭ ਬਿਓ, ਨਾਨਕ ਕੋ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ, ਕਤਕ ਹੋਵੇ ਸਾਧ ਸੰਗ, ਬਿਨ ਸੇ ਸਭੇ ਸੋਚ। ਸਾਰੀਆਂ ਸੋਚਾਂ ਖਤਮ ਹੋ ਜਾਂਦੀਆਂ ਨੇ ਜਦੋਂ ਅਸੀਂ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਹਾਂ। ਤੇ ਅੱਜ ਦਾ ਜੋ ਪਾਵਨ ਪਵਿੱਤਰ ਉਪਦੇਸ਼ ਮੇਰੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਰਹਿਮਤ ਕੀਤਾ ਹੈ। ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਪੁੱਤਰ ਕਲਤਰ ਲੋਕ ਗ੍ਰਹਿ ਬੰਤਾ, ਮਾਇਆ ਸੰਬੰਧੇ ਹੀ। ਕਹਿੰਦੇ ਸਾਰੇ ਕੀ ਮਾਇਆ ਦੀ ਸਾਖ ਨੇ, ਅੰਤ ਕੀ ਬਾਤ ਕੋ ਖਰਾ ਨਾ ਹੋਸੀ, ਸਭ ਮਿਥਿਆ ਅਸਨੇਹੀ। ਅੰਤ ਦੇ ਵਾਰ ਇਸਨੇ ਕਿਸੇ ਨੇ ਵੀ ਇਹਨਾਂ ਦੇ ਵਿੱਚੋਂ ਤੁਹਾਡਾ ਮਦਦਗਾਰ ਨਹੀਂ ਬਣਨਾ, ਕਿਸੇ ਨੇ ਵੀ ਤੁਹਾਡਾ ਸਾਥੀ ਨਹੀਂ ਬਣਨਾ। ਤੇ ਸਾਥੀ ਕਿਸ ਨੇ ਬਣਨਾ ਹੈ? ਉਸ ਪਰਮੇਸ਼ਰ ਦੇ ਨਾਮ ਨੇ। ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਈਏ, ਇਹ ਸਾਰਿਆਂ ਦਾ ਭਲਾ ਹੋ ਜਾਵੇਗਾ ਜੀ। ਵਾਹਿਗੁਰੂ 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 ਵਾਹਿਗੁਰੂ
ਜੇ ਤੂੰ ਨਿਰਮਲ ਗੁਣ ਨਾਨੀ ਜੰਦੜੀਏ ਪੜ ਸਤਿਗੁਰ ਦੀ ਬਾਣੀ। ਜੇ ਨਿਰਮਲ ਗੁਣ ਨਾਨੀ ਜੰਦੜੀਏ ਪੜ ਸਤਿਗੁਰ ਦੀ ਬਾਣੀ। ਜਮ ਇਉ ਪੀੜਨਗੇ ਜੰਦੜੀਏ ਜਿਉ ਕੋਲੂ ਵਿੱਚ ਕਾਣੀ। ਜਮ ਇਉ ਪੀੜਨਗੇ ਜੰਦੜੀਏ ਜਿਉ ਕੋਲੂ ਵਿੱਚ ਕਾਣੀ। ਜੇ ਨਿਰਮਲ ਗੁਣ ਨਾਨੀ ਜੰਦੜੀਏ ਪੜ ਸਤਿਗੁਰ ਦੀ ਬਾਣੀ। ਜੇ ਨਿਰਮਲ ਗੁਣ ਨਾਨੀ ਜੰਦੜੀਏ ਪੜ ਸਤਿਗੁਰ ਦੀ ਬਾਣੀ। ਪੁਰਾਤਨ ਸਮਿਆਂ ਦੇ ਵਿੱਚ ਪਿਆਰਿਓ, ਭਾਵੇਂ ਬਜ਼ੁਰਗਾਂ ਨੂੰ ਬਾਣੀ ਦਾ ਇਤਨਾ ਗਿਆਨ ਨਹੀਂ ਸੀ ਹੁੰਦਾ। ਛੋਟੀਆਂ ਛੋਟੀਆਂ ਕਵਿਤਾਵਾਂ ਬੋਲਣੀਆਂ, ਇਹ ਬੜੇ ਰੰਗ ਦੇ ਵਿੱਚ ਆ ਕਰਕੇ ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜੇ ਹੋਇਆ ਕਰਦੇ ਸਨ। ਇਸੇ ਤਰ੍ਹਾਂ ਦੀਆਂ ਧਾਰਨਾ ਲਾ ਕੇ ਗਾਇਆ ਕਰਨੀਆਂ ਕਿ ਜੇ ਤੂੰ ਪਵਿੱਤਰ ਬਣਨਾ, ਜੇ ਤੂੰ ਨਿਰਮਲ ਬਣਨਾ, ਉਸ ਪਰਮੇਸ਼ਰ ਦੀ ਅੰਸ਼ ਬਣਨਾ ਤੇ ਪਰਮੇਸ਼ਰ ਦੀ ਬਾਣੀ ਨੂੰ ਪੜ੍ਹ ਲੈ। ਜਮਾਂ ਨੇ ਤੈਨੂੰ ਇਵੇਂ ਪੀੜਨਾ ਜਿਵੇਂ ਕੋਲੂ ਦੀ ਕਹਾਣੀ ਤਿਲਾਂ ਨੂੰ ਪੀੜਦੀ ਹੈ, ਇਸੇ ਤਰ੍ਹਾਂ ਪੀੜਿਆ ਜਾਵੇਗਾ। ਜੇ ਨਿਰਮਲ ਬਣਨਾ, ਜੇ ਪਵਿੱਤਰ ਬਣਨਾ ਤੇ ਪਰਮੇਸ਼ਰ ਦਾ ਸਿਮਰਨ ਕਰ ਲੈ, ਉਸ ਮਾਲਿਕ ਦੇ ਚਰਨਾਂ ਦੇ ਨਾਲ ਜੁੜ ਜਾ ਜੋ ਸਤਿਗੁਰੂ ਉਪਦੇਸ਼ ਕਰਦੇ ਨੇ। ਕਿਸ ਹਉ ਜਾਚੀ ਕਿਸ ਆਰਾਧੀ, ਕਹਿੰਦੇ ਕਿਦੇ ਕੋਲ ਜਾ ਕੇ, ਕਹਿੰਦੇ ਕਿਦੇ ਦੇ ਨਾਲ ਆਪਾਂ ਦੋਸਤੀ ਪਾਈਏ, ਮਿੱਤਰਤਾਈ ਪਾਈਏ, ਇਹ ਸਾਰੇ ਕਹਿੰਦੇ ਕਾਲ ਦੀ ਲਪੇਟ ਦੇ ਵਿੱਚ ਆਉਣ ਵਾਲੇ। ਜੋ ਜੋ ਦਿਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ, ਕਹਿੰਦੇ ਸਾਰਿਆਂ ਨੇ ਇੱਕ ਦਿਨ ਖਾਕ ਦੇ ਵਿੱਚ ਰਲ ਜਾਣਾ ਹੈ। ਇਸ ਜੀਵਨ ਨੂੰ ਸਵਾਰ ਲਈਏ। ਇਹ ਜਿਹੜਾ ਸਾਨੂੰ ਮਨੁੱਖਾ ਜੀਵਨ ਮਿਲਿਆ, ਇਸੇ ਦੇ ਵਿੱਚ ਰਹਿ ਕਰਕੇ ਉਸ ਪਰਮੇਸ਼ਰ ਦੇ ਨਾਲ ਅਭੇਦਤਾ ਬਣਾਈ ਜਾ ਸਕਦੀ ਹੈ, ਪਰਮੇਸ਼ਰ ਦੇ ਨਾਲ ਇੱਕਮਿਕਤਾ ਬਣਾਈ ਜਾ ਸਕਦੀ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਬਚਨਾਂ ਦੇ ਨਾਲ ਜੁੜਨ ਦਾ ਯਤਨ ਕਰਿਆ ਕਰੀਏ। ਜੋ ਸਤਿਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰਬਾਰ ਤੋਂ ਅੱਜ ਦੇ ਮੁਬਾਰਕ ਬਚਨ ਸਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ, ਜੋ ਆਪ ਜੀਆਂ ਨੇ ਸਰਵਣ ਕੀਤੇ ਨੇ ਜੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਆਓ ਸਮੂਹ ਸਾਧ ਸੰਗਤ ਗੱਜ ਵੱਜ ਕੇ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।